ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਿਆਂ ਲੋਕਾਂ ਨੂੰ ਤਾਰਨ ਵਾਸਤੇ ਇੱਕ ਸਰੋਵਰ ਬਣਾਉਣਾ ਚਾਹੁੰਦੇ ਸਨ। ਇਸ ਬਾਰੇ ਸਾਰੇ ਮਸੰਦਾਂ ਨੂੰ ਗੁਰੂ ਜੀ ਨੇ ਦੱਸ ਦਿੱਤਾ। ਫਿਰ ਬਹੁਤ ਵਿਧੀਆਂ ਅਨੁਸਾਰ ਤਿਆਰੀ ਕਰਨ ਲੱਗੇ, ਬਹੁਤ ਮਜ਼ਦੂਰ ਲੱਗ ਕੇ ਕਾਰ ਸੇਵਾ ਕਰਨ ਲੱਗੇ। ਚੂਨੇ ਅਤੇ ਇੱਟਾਂ ਵਾਸਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਧਨ ਦਿੱਤਾ। ਫਿਰ ਸਰੋਵਰ ਦੀ ਪਟਵਾਈ ਵਾਸਤੇ ਮਹੂਰਤ ਕਰਨ ਲਈ ਸਤਿਗੁਰੂ ਜੀ ਹਿੱਤ ਪੂਰ ਕੇ ਤਿਆਰੀ ਕਰਨ ਲੱਗੇ। ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਅਤੇ ਸਮੂਹ ਸਿੱਖ ਸੰਗਤ ਨੂੰ ਬੁਲਾਇਆ ਗਿਆ। ਅਨੇਕ ਪ੍ਰਕਾਰ ਦੇ ਉਤਸ਼ਾਹ ਕੀਤੇ। ਸਾਰੇ ਸਿੱਖ ਆਪਣੇ ਮਨਾਂ ਵਿੱਚ ਬਹੁਤ ਪ੍ਰਸੰਨ ਹੋਏ। ਗੁਰੂ ਜੀ ਪਾਸ ਬੜਾ ਵੱਡਾ ਦੀਵਾਨ ਲੱਗਾ ਹੋਇਆ ਸੀ। ਫਿਰ ਗੁਰੂ ਜੀ ਨੇ ਬਚਨ ਕੀਤੇ, ਅਰਦਾਸ ਕਰੋ। ਬਾਬਾ ਬੁੱਢਾ ਜੀ ਉੱਠ ਕੇ ਖੜ੍ਹੇ ਹੋ ਗਏ, ਜਿਨ੍ਹਾਂ ਨੇ ਬ੍ਰਹਮ ਸਰੂਪ ਵਿੱਚ ਚਿੱਤ ਜੋੜਿਆ ਹੋਇਆ ਸੀ। ਵੱਡੀ ਸ਼ਕਤੀ ਧਾਰ ਕੇ ਉਹ ਮਹਾਨ ਸਿੱਖ ਬਣੇ ਸਨ ਅਤੇ ਹੱਥ ਦੀ ਤਲੀ ਉੱਤੇ ਧਰੇ ਫਲ ਵਾਂਗ ਜਿਨ੍ਹਾਂ ਨੇ ਆਪਣੇ ਸਰੂਪ ਨੂੰ ਜਾਣਿਆ ਸੀ। ਰਾਤ ਦਿਨ ਜਿਨ੍ਹਾਂ ਦੀ ਸਮਾਧੀ ਲੱਗੀ ਰਹਿੰਦੀ ਸੀ, ਸ਼ਾਂਤੀ ਦੀ ਦਾਤ ਸਮੇਤ ਉਹਨਾਂ ਦਾ ਹਿਰਦਾ ਅਗਮ ਅਗਾਧ ਸੀ। ਜਦ ਬਾਬਾ ਬੁੱਢਾ ਜੀ ਗੁਰੂ ਜੀ ਅੱਗੇ ਸੁਖਦਾਇਕ ਅਰਦਾਸ ਕਰਨ ਵਾਸਤੇ ਖੜ੍ਹੇ ਹੋਏ ਤਾਂ ਇੱਕ ਖੱਤਰੀ, ਜਿਸ ਦਾ ਨਾਂ ਦੇਵੀ ਚੰਦ ਸੀ ਅਤੇ ਜਿਹੜਾ ਗੋਇੰਦਵਾਲ ਦਾ ਰਹਿਣ ਵਾਲਾ ਸੀ, ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ। 1 ਰੁਪਈਆ ਉਸਨੇ ਤੁੜਵਾਇਆ। ਅੱਧਾ ਟਕਾ ਆਪਣੇ ਪਾਸ ਰੱਖ ਕੇ ਅੱਧਾ ਗੁਰੂ ਜੀ ਨੂੰ ਭੇਟ ਕਰਨ ਵਾਸਤੇ ਲੈ ਲਿਆ। ਅੱਧਾ ਟਕਾ ਗੁਰੂ ਜੀ ਦੇ ਅੱਗੇ ਜਾ ਕੇ ਧਰ ਦਿੱਤਾ ਅਤੇ ਹੱਥ ਜੋੜ ਕੇ ਬੈਠ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੇਖ ਕੇ ਬਚਨ ਕੀਤੇ, ਬਾਬਾ ਬੁੱਢਾ ਜੀ ਵੇਖ ਲਵੋ, ਸਾਰੀਆਂ ਵਿਧੀਆਂ ਅਨੁਸਾਰ ਇਹ ਸਰੋਵਰ ਪੂਰਾ ਹੋਵੇ, ਹੋਰ ਸਾਡੇ ਹਿਰਦੇ ਵਿੱਚ ਕੁਝ ਨਹੀਂ ਆਉਂਦਾ। ਪਹਿਲਾਂ ਹੀ ਅੱਧੀ ਭੇਟ ਆਈ ਹੈ, ਇਹ ਸਰੋਵਰ ਅੱਧਾ ਹੀ ਰਹੇਗਾ, ਇਹ ਵੀ ਜਾਣ ਲਵੋ। ਜਿਵੇਂ ਪ੍ਰਭੂ ਦੀ ਰਜ਼ਾ ਹੈ ਉਸ ਤਰ੍ਹਾਂ ਹੀ ਹੋਣਾ ਹੈ, ਹੋਰ ਕੋਈ ਉਪਾਅ ਨਹੀਂ ਹੈ। ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਅਤੇ ਸਾਰਿਆਂ ਨੇ ਸਤਿਗੁਰੂ ਜੀ ਨੂੰ ਯਾਦ ਕੀਤਾ। ਮਹੂਰਤ ਕਰਕੇ ਸਰੋਵਰ ਦੀ ਪਟਵਾਈ ਕਰਨ ਲੱਗੇ। ਸਿੱਖ, ਮਜ਼ਦੂਰ ਅਤੇ ਸਾਰੇ ਮਨੁੱਖ ਇਸ ਕਾਰਜ ਵਾਸਤੇ ਲੱਗ ਗਏ। ਤੀਰਥ ਦੀ ਕਾਰ ਸੇਵਾ ਹੋਣ ਲੱਗੀ ਅਤੇ ਚੰਗੇ ਸਿਆਣੇ ਕਾਰੀਗਰ ਬੁਲਾਏ ਗਏ। ਇੱਟਾਂ ਦੇ ਆਵੇ ਲਗਵਾਏ ਅਤੇ ਬਹੁਤ ਲੋਕ ਚੂਨਾ ਤਿਆਰ ਕਰਨ ਲੱਗੇ। ਵਿਸ਼ਾਲ ਸਰੋਵਰ ਬਣਾਉਣ ਦਾ ਆਰੰਭ ਕੀਤਾ, ਮਾਨੋ ਨਵੀਂ ਮਾਨਸਰੋਵਰ ਝੀਲ ਬਣ ਰਹੀ ਸੀ। ਕਾਰੀਗਰ ਪੌੜੀਆਂ ਦੀ ਚਣਵਾਈ ਕਰਨ ਲੱਗੇ। ਉਹ ਬਹੁਤ ਚੂਨਾ ਅਤੇ ਇੱਟਾਂ ਲਾ ਰਹੇ ਸਨ। ਗੁਰੂ ਜੀ ਨੇ ਮਸੰਦਾਂ ਨੂੰ ਕਿਹਾ, ਸ਼ੁਭ ਪਦਾਰਥ ਦੇ ਕੇ ਕਾਰਜ ਪੂਰਾ ਕਰਾਓ। ਸਤਿਗੁਰੂ ਦੇ ਘਰ ਕੋਈ ਘਾਟ ਨਹੀਂ ਹੈ। ਮਜ਼ਦੂਰਾਂ ਨੂੰ ਸਵਾਈ ਮਿਹਨਤ ਦਿਓ, ਜਿਸ ਨਾਲ ਇਹ ਸਰੋਵਰ ਤਿਆਰ ਹੋਵੇ। ਭਾਵ ਤੁਸੀਂ ਆਪਣੀ ਸ੍ਰੇਸ਼ਟ ਬੁੱਧੀ ਨੂੰ ਸੰਭਾਲੋ। ਇਸ ਪ੍ਰਕਾਰ ਗੁਰੂ ਜੀ ਦਾ ਹੁਕਮ ਪਾ ਕੇ ਇੱਕ ਦੂਸਰੇ ਨੂੰ ਕਹਿ ਕੇ ਮਿੱਟੀ ਬਾਹਰ ਕੱਢ ਰਹੇ ਸਨ। ਕਾਰੀਗਰਾਂ ਤੋਂ ਕੰਮ ਕਰਵਾ ਰਹੇ ਸਨ। ਕਹਿ ਰਹੇ ਸਨ, ਚੂਨਾ ਇੱਟੀ ਪਹੁੰਚਾਓ। ਕਦੀ ਕਦੀ ਗੁਰੂ ਜੀ ਜਾ ਕੇ ਵੇਖਦੇ ਸਨ, ਜਿੱਥੇ ਸਾਰੇ ਸਿੱਖ ਕਾਰ ਸੇਵਾ ਕਰ ਰਹੇ ਸਨ। ਸਿੱਖ ਸੇਵਾ ਕਰਕੇ ਆਪਣਾ ਕਲਿਆਣ ਚਾਹੁੰਦੇ ਸਨ, ਜਿਸ ਨਾਲ ਗੁਰੂ ਜੀ ਪ੍ਰਸੰਨ ਹੋ ਜਾਣ। ਇਸ ਤਰ੍ਹਾਂ ਸੇਵਾ ਕਰਦਿਆਂ ਕਈ ਦਿਨ ਬਤੀਤ ਕੀਤੇ। ਸ਼੍ਰੀ ਗੁਰੂ ਅਰਜਨ ਦੇਵ ਜੀ ਉਪਕਾਰ ਕਰ ਰਹੇ ਸਨ। ਪੂਰਬੀ ਪਾਸੇ ਦੀਆਂ ਪੌੜੀਆਂ ਬਣ ਗਈਆਂ। ਉਸ ਥਾਂ ਮਨੁੱਖਾਂ ਦਾ ਬੜਾ ਹਜੂਮ ਇਕੱਠਾ ਹੋਇਆ ਸੀ। ਕਾਬੁਲ, ਬਲਖ, ਬੁਖਾਰੇ ਸ਼ਹਿਰਾਂ ਦੀ ਬਹੁਤ ਸੰਗਤ ਆਈ। ਪਿਸ਼ੌਰ ਵਿੱਚ ਜਿਹੜੇ ਅਮੀਰ ਮਨੁੱਖ ਵਸਦੇ ਸਨ ਉਹ ਵੀ ਆਏ। ਮੁਲਤਾਨ ਅਤੇ ਸ਼ਿਕਾਰਪੁਰ ਸ਼ਹਿਰ ਦੀ ਵੀ ਬਹੁਤ ਸੰਗਤ ਆਈ। ਇਸ ਤਰ੍ਹਾਂ ਹੀ ਦੱਖਣ ਅਤੇ ਪੂਰਬ ਦੀ ਬਹੁਤ ਸੰਗਤ ਆ ਕੇ ਦਰਸ਼ਨ ਕਰ ਰਹੀ ਸੀ। ਜਗਤ ਦੇ ਕਿੰਨੇ ਦੇਸ਼ ਗਿਣੀਏ, ਜਿਨ੍ਹਾਂ ਵਿੱਚੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆ ਰਹੀਆਂ ਸਨ। ਉਹ ਆ ਕੇ ਤੀਰਥ ਦੀ ਕਾਰ ਸੇਵਾ ਕਰ ਰਹੇ ਸਨ, ਜਿਸ ਨਾਲ ਸਵਾਈ ਖੁਸ਼ੀ ਪ੍ਰਾਪਤ ਹੋ ਰਹੀ ਸੀ। ਜਿਵੇਂ ਜਿਵੇਂ ਸਤਿਗੁਰੂ ਜੀ ਦਾ ਰੁੱਖ ਵੇਖਦੇ ਸਨ, ਉਸ ਤਰ੍ਹਾਂ ਹੀ ਪਟਵਾਈ ਦੀ ਕਾਰ ਸੇਵਾ ਕਰ ਰਹੇ ਸਨ। ਇਸ ਤਰ੍ਹਾਂ ਕਈ ਮਹੀਨੇ ਬੀਤ ਗਏ।
पूर्वी पासे ਦੀਆਂ ਪੌੜੀਆਂ ਬਣ ਗਈਆਂ। ਬਹੁਤ ਮਿੱਟੀ ਪੁੱਟੀ ਗਈ। ਕਹਿੰਦੇ ਸਨ, ਇਹ ਗੁਰੂ ਦਾ ਕਾਰਜ ਹੈ, ਗੁਰੂ ਜੀ ਦੀ ਇੱਛਾ ਹੈ, ਇਹ ਵੱਡਾ ਤੀਰਥ ਹੋਵੇ। ਉੱਥੇ ਇੱਕ ਨੂਰਦੀਨ ਨਾਮ ਦਾ ਤੁਰਕ ਰਹਿੰਦਾ ਸੀ, ਜਿਹੜਾ ਵੱਡਾ ਹੰਕਾਰੀ ਸੀ। ਉਸਨੇ ਪ੍ਰਮਾਤਮਾ ਦੀ ਸਿਫਤ ਵਿਸਾਰੀ ਹੋਈ ਸੀ। ਉਸ ਦਾ ਪਿੰਡ ਤਰਨ ਤਾਰਨ ਤੋਂ 2.5 ਕੋਹ ਦੂਰ ਸੀ। ਉੱਥੇ ਉਹ ਆਪਣੀ ਸਰਾਂ ਬਣਾ ਰਿਹਾ ਸੀ। ਉਹ ਦਿੱਲੀ ਦੇ ਬਾਦਸ਼ਾਹ ਪਾਸ ਰਹਿੰਦਾ ਸੀ, ਇਸ ਕਰਕੇ ਮੂਰਖ ਹੰਕਾਰ ਕਰਦਾ ਸੀ। ਜਦ ਸਰਾਂ ਬਣਾ ਰਿਹਾ ਸੀ ਤਾਂ ਇੱਟਾਂ ਥੁੜ ਗਈਆਂ। ਕਿਸੇ ਥਾਂ ਤੋਂ ਵੀ ਲੱਭਦੀਆਂ ਨਹੀਂ ਸਨ। ਉਸ ਦਾ ਉਸਾਰੀ ਦਾ ਕੰਮ ਰੁਕ ਗਿਆ। ਇੱਟਾਂ ਲੱਭਦੇ ਰਹੇ ਪਰ ਕਿਸੇ ਥਾਂ ਤੋਂ ਵੀ ਨਾ ਮਿਲੀਆਂ। ਤਦ ਕਿਸੇ ਨੇ ਉਸ ਨੂੰ ਕਿਹਾ, ਸੁਣੋ, ਮੈਂ ਤੁਹਾਡਾ ਕੰਮ ਸਮਝ ਗਿਆ ਹਾਂ। ਸ਼੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਇੱਕ ਵੱਡਾ ਸਰੋਵਰ ਬਣਾ ਰਹੇ ਹਨ। ਉਹਨਾਂ ਦੇ ਆਵੇ ਤਿਆਰ ਹੋ ਗਏ ਹਨ। ਸਾਰੀਆਂ ਇੱਟਾਂ ਬਹੁਤ ਪੱਕੀਆਂ ਹਨ। ਉਹਨਾਂ ਇੱਟਾਂ ਨੂੰ ਇਸ ਥਾਂ ਮੰਗਵਾ ਲਓ ਤਾਂ ਤੁਹਾਡਾ ਕੰਮ ਸਰ ਜਾਵੇਗਾ। ਹੋਰ ਇੱਟਾਂ ਕਿਤੇ ਨੇੜੇ ਤੇੜੇ ਨਹੀਂ ਦਿਸਦੀਆਂ। ਜੇ ਬਹੁਤ ਦੂਰ ਹੋਣਗੀਆਂ ਤਾਂ ਕੌਣ ਲਿਆਵੇਗਾ? ਨੂਰਦੀਨ ਖੋਜਾ ਸੁਣਦਾ ਰਿਹਾ ਪਰ ਆਪਣੇ ਮੁਖ ਤੋਂ ਕੁਝ ਨਾ ਬੋਲਿਆ। ਇੱਕ ਅਮਾਨਤ ਖਾਨ ਪਠਾਨ ਸੀ। ਉਹ ਵੀ ਇੱਕ ਥਾਂ ਸਰਾਂ ਦੀ ਚਣਵਾਈ ਕਰਵਾ ਰਿਹਾ ਸੀ। ਤਰਨ ਤਾਰਨ ਸ਼ਹਿਰ ਨੇੜੇ ਸੀ। ਉਹ ਵੀ ਇੱਟਾਂ ਦੀ ਬਹੁਤ ਚਣਵਾਈ ਕਰਵਾ ਰਿਹਾ ਸੀ। ਨੌਰੰਗਾਬਾਦ ਪਿੰਡ ਵਿੱਚ ਇੱਕ ਰਾਹਕ ਵਸਦਾ ਸੀ, ਜਿਹੜਾ ਬਹੁਤ ਅਮੀਰ ਸੀ। ਉਸ ਧਨਾੜ ਨੂੰ ਪਠਾਨ ਨੇ ਪੁੱਛਿਆ, ਕਿੱਥੋਂ ਇੱਟਾਂ ਹੱਥ ਵਿੱਚ ਆਉਣਗੀਆਂ? ਮੈਂ ਹੁਣ ਸਰਾਂ ਬਣਾਉਣ ਲੱਗਾ ਹਾਂ, ਬਾਦਸ਼ਾਹ ਨੇ ਫਰਮਾਇਆ ਹੈ। ਸਭ ਹਾਕਮਾਂ ਨੂੰ ਥਾਂ ਦਿੱਤੇ ਹਨ। ਆਪਣੇ ਨਾਂ ਉੱਤੇ ਸਰਾਵਾਂ ਬਣਾ ਰਹੇ ਹਨ। ਤੂੰ ਹੁਣ ਨੂਰਦੀਨ ਖੋਜੇ ਪਾਸ ਜਾ, ਇੱਟਾਂ ਦਿਓ, ਉਸ ਨੂੰ ਦੱਸ ਦੇ ਤੇ ਜਾ ਕੇ ਉਸ ਪਾਸੋਂ ਇੱਟਾਂ ਮੰਗੋ। ਚੌਧਰੀ ਨੇ ਬੜੀ ਪ੍ਰਸੰਨਤਾ ਨਾਲ ਸੁਣਿਆ। ਜਿਹੜਾ ਨੌਰੰਗਾਬਾਦ ਪਿੰਡ ਵਿੱਚ ਰਹਿੰਦਾ ਸੀ, ਉਸਨੇ ਸੋਚਿਆ ਕਿ ਜੇ ਇਸ ਦੇ ਹੱਥ ਵਿੱਚ ਇੱਟਾਂ ਆਉਣਗੀਆਂ ਤਾਂ ਇਹਨਾਂ ਵਿੱਚੋਂ ਮੈਂ ਵੀ ਆਪਣੀ ਇੱਛਾ ਅਨੁਸਾਰ ਲਵਾਂਗਾ। ਇਹ ਸੁਣ ਕੇ ਉਹ ਨੂਰਦੀਨ ਦੇ ਪਾਸ ਗਿਆ, ਜਿੱਥੇ ਉਹ ਸਰਾਂ ਬਣਵਾ ਰਿਹਾ ਸੀ। ਅਮਾਨਤ ਖਾਂ ਦੀ ਗੱਲ ਨੂੰ ਸੁਣ ਕੇ ਨੂਰਦੀਨ ਮੁਸਕਰਾ ਕੇ ਬੋਲਿਆ, ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਲੋੜ ਹੈ। ਬਹੁਤ ਦੇਰ ਤੋਂ ਲੱਭ ਰਹੇ ਹਾਂ ਅਤੇ ਬਹੁਤ ਥਾਂ ਵੇਖਿਆ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਹਿੰਦੂਆਂ ਦੇ ਵੱਡੇ ਗੁਰੂ ਹਨ। ਉਹ ਇੱਕ ਥਾਂ ਸਰੋਵਰ ਬਣਵਾ ਰਹੇ ਹਨ। ਉਹਨਾਂ ਨੇ ਬਹੁਤ ਆਵੇ ਲਾਏ ਹੋਏ ਹਨ। ਬੜੀਆਂ ਇੱਟਾਂ ਹਨ ਅਤੇ ਚੰਗੀ ਤਰ੍ਹਾਂ ਪੱਕੀਆਂ ਹਨ। ਪਠਾਨ ਦਾ ਤੇ ਮੇਰਾ ਕੰਮ ਹੋ ਜਾਏਗਾ, ਮਿਲ ਕੇ ਲੈ ਲਵਾਂਗੇ। ਉਹ ਪੁਕਾਰ ਨਹੀਂ ਕਰਨਗੇ। ਇਸ ਕਰਕੇ ਅਸੀਂ ਕਹਾਂਗੇ, ਸਾਨੂੰ ਉਧਾਰ ਇੱਟਾਂ ਦਿਓ ਤੇ ਇੱਟਾਂ ਲੈ ਲਵਾਂਗੇ। ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਦੇ ਹਾਂ। ਇਸ ਤਰ੍ਹਾਂ ਆਪਸ ਵਿੱਚ ਸਲਾਹ ਕਰਕੇ ਫੇਰੇ ਦੀ ਉਜਰਤ ਚੌਧਰੀ ਨੇ ਠਹਿਰਾਈ। ਬਾਹਰੋਂ ਬਾਹਰ ਹੀ ਆ ਕੇ ਆਵੇ ਲੈ ਲਏ ਤੇ ਆਪਣੇ ਆਪਣੇ ਪਿੰਡ ਨੂੰ ਇੱਟਾਂ ਢਵਾਉਣ ਲੱਗ ਗਏ। ਇੱਕ ਕਲਾਲ ਸਿੱਖ ਸਤਿਗੁਰੂ ਜੀ ਦੇ ਪਾਸ ਆਇਆ ਤੇ ਹੱਥ ਜੋੜ ਕੇ ਬੇਨਤੀ ਕੀਤੀ। ਬਾਹਰ ਇੱਕ ਤੁਰਕਾਂ ਦਾ ਸਮੂਹ ਚੱਲ ਕੇ ਆਇਆ ਹੈ। ਹੁਕਮ ਕਰਕੇ ਸਾਨੂੰ ਕਹਿਣ ਲੱਗੇ, ਨੂਰਦੀਨ ਤੇ ਅਮਾਨਤ ਖਾਂ ਦੋਵੇਂ ਇੱਥੇ ਨੇੜੇ ਹੀ ਮਕਾਨ ਬਣਾ ਰਹੇ ਹਨ। ਭਾਵੇਂ ਇੱਟਾਂ ਗੁਰੂ ਜੀ ਦੀਆਂ ਹਨ, ਅਸੀਂ ਉਧਾਰ ਵਿੱਚ ਤੁਹਾਡੇ ਪਾਸੋਂ ਲਈਆਂ ਹਨ। ਇਹ ਕਹਿ ਕੇ ਗੱਡੇ ਲਦਾਉਣ ਲੱਗੇ। ਗਿਣਤੀ ਮਿਣਤੀ ਸਭ ਛੱਡ ਦਿੱਤੀ ਹੈ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਬੋਲੇ, ਸਾਨੂੰ ਗਿਣਤੀ ਨਾਲ ਕੀ ਹੈ? ਜਿੱਥੇ ਵੀ ਜਾ ਕੇ ਸਾਡੀਆਂ ਇੱਟਾਂ ਲੱਗਣਗੀਆਂ, ਉੱਥੇ ਦੀਆਂ ਇੱਟਾਂ ਨੀਹਾਂ ਸਹਿਤ ਉਖੇੜ ਕੇ ਲਿਆਵਾਂਗੇ। ਜਿਸ ਸਮੇਂ ਸਾਰੀਆਂ ਇੱਟਾਂ ਉਖਾੜ ਕੇ ਲਿਆਵਾਂਗੇ ਤਾਂ ਇੱਥੇ ਸ਼ਹਿਰ ਦੇ 4 ਚੁਫੇਰੇ ਕਿਲੇ ਵਾਂਗ ਦੀਵਾਰਾਂ ਬਣਾ ਦੇਵਾਂਗੇ। ਫਿਰ ਇਹ ਸਰੋਵਰ ਪੂਰਾ ਹੋਵੇਗਾ। ਮੇਰੇ ਵੱਡੇ ਭਾਗਾਂ ਵਾਲੇ ਸਿੱਖ ਇਹ ਸਭ ਕੁਝ ਕਰਨਗੇ। ਉਹ ਸਾਰੇ ਤੁਰਕਾਂ ਦੀਆਂ ਜੜ੍ਹਾਂ ਉਖੇੜ ਦੇਣਗੇ। ਜਿਹੜਾ ਵੀ ਮਨੁੱਖ ਲੜੇਗਾ ਉਸ ਨੂੰ ਹੀ ਮਾਰ ਦੇਣਗੇ। ਜਦ ਹਿੰਦੀਆਂ ਦਾ ਜ਼ੋਰ ਤੇ ਤੇਜ ਵੱਧ ਜਾਵੇਗਾ ਤਦ ਇਹ ਸਰੋਵਰ 4 ਪਾਸਿਆਂ ਤੋਂ ਪੱਕਾ ਹੋ ਜਾਏਗਾ। ਇੱਥੇ 14 ਮੱਸਿਆ ਦਾ ਭਾਰੀ ਮੇਲਾ ਲੱਗਿਆ ਕਰੇਗਾ। ਲੋਕ ਆਪਣੀਆਂ ਕਾਮਨਾਵਾਂ ਪੂਰੀਆਂ ਕਰਿਆ ਕਰਨਗੇ। ਲੋਕਾਂ ਦੇ ਰੋਗ ਦੂਰ ਹੋਇਆ ਕਰਨਗੇ ਅਤੇ ਇਸ ਦਾ ਨਾਂ ਤਰਨ ਤਾਰਨ, ਤਾਰਨ ਵਾਲਾ ਉਚਾਰਨ ਕਰਿਆ ਕਰਨਗੇ। ਭਾਦੋਂ ਦੇ ਮਹੀਨੇ ਦੀ ਜੋ ਮੱਸਿਆ ਹੋਇਆ ਕਰੇਗੀ, ਉਸ ਦਾ ਮਹਾਨ ਮਹਾਤਮ ਹੋਵੇਗਾ। ਜਿਹੜਾ ਵੀ ਸ਼ਰਧਾ ਧਾਰ ਕੇ ਇਸ਼ਨਾਨ ਕਰੇਗਾ, ਉਸ ਦੇ ਸਾਰੇ ਪਾਪ ਦੂਰ ਹੋ ਜਾਣਗੇ। ਇਹ ਕਹਿ ਕੇ ਸਤਿਗੁਰੂ ਜੀ ਚੁੱਪ ਹੋ ਗਏ।
ਸਵੇਰ ਨੂੰ ਚਲੇ ਜਾਣ ਦੀ ਮਨ ਵਿੱਚ ਚਾਹਤ ਕੀਤੀ। ਉਸ ਦਿਨ ਡੇਰਾ ਉੱਥੇ ਹੀ ਰੱਖਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚਿੱਤ ਬਹੁਤ ਸ਼ਾਂਤਮਈ ਸੀ। ਕੋਈ ਕਠੋਰ ਵਚਨ ਨਹੀਂ ਦਿੱਤਾ ਜਿਸ ਕਰਕੇ ਦੁਸ਼ਟ ਸੜ ਕੇ ਸਵਾਹ ਹੋ ਜਾਣ। ਖੇਮਾ ਕਰਨ ਵਿੱਚ ਹੀ ਆਪ ਜੀ ਦਾ ਸ੍ਰੇਸ਼ਟ ਰੂਪ ਸੀ। ਮਹਾਸ਼ਕਤੀ ਧਾਰਨ ਕਰਕੇ ਅਨੁਪਮ ਧੀਰਜਵਾਨ ਹੋ ਗਏ ਸਨ। ਸ਼ਾਂਤੀ ਸਹਿਤ ਹਿਰਦਾ ਬੜਾ ਉੱਤਮ ਸੀ। ਸਦਾ ਧਰਮ ਦਾ ਆਤਮਾ ਸਹਿਤ ਵਿਚਾਰ ਕਰਦੇ ਸਨ। ਮਾਨੋ ਉਹਨਾਂ ਦਾ ਸਰੀਰ ਧਰਮ ਦਾ ਝੰਡਾ ਸੀ। ਪਰਮ ਪਰਉਪਕਾਰੀ ਸਨ। ਜਮਾਂ ਦੇ ਵਸ ਵਿੱਚ ਪੈ ਕੇ ਜਿਹੜੇ ਜੀਵ ਨਰਕਾਂ ਵਿੱਚ ਪੈਂਦੇ ਸਨ ਉਹਨਾਂ ਨੂੰ ਵੇਖ ਕੇ ਕਿਰਪਾ ਕਰਦੇ ਸਨ। ਭਲੇ ਰਾਹ ਚੱਲ ਕੇ ਜੀਵ ਸੁੱਖ ਪਾਉਣ, ਇਸ ਪ੍ਰਕਾਰ ਸਦਾ ਵਿਉਂਤਾਂ ਬਣਾਉਂਦੇ ਰਹਿੰਦੇ ਸਨ। ਜਦ ਤੀਰਥ ਦੀ ਕਾਰ ਸੇਵਾ ਹਟਾ ਦਿੱਤੀ, ਭਵਿੱਖ ਨੂੰ ਵੇਖਿਆ ਕਿ ਜਿਵੇਂ ਹੋ ਜਾਵੇਗਾ ਠੀਕ ਹੀ ਹੋਵੇਗਾ। ਨਾ ਜਰੇ ਨੂੰ ਜਰਨ ਵਾਲੇ ਦ੍ਰਿੜ ਬ੍ਰਹਮ ਗਿਆਨੀ ਹਨ। ਮੋਹ ਨੂੰ ਦੂਰ ਕਰਨ ਵਾਸਤੇ ਬਾਣੀ ਦੀ ਰਚਨਾ ਕਰਦੇ ਹਨ। ਜਿਹੜੇ ਵੀ ਸ਼ਰਧਾ ਨਾਲ ਦਰਸ਼ਨ ਕਰਦੇ ਹਨ ਉਹਨਾਂ ਦੇ ਪਾਪ ਭੱਜ ਜਾਂਦੇ ਹਨ। ਨੂਰਦੀਨ ਅਤੇ ਅਮਾਨਤ ਖਾਨ ਨੇ ਜਦ ਸਾਰੀ ਖਬਰ ਆਪਣੇ ਕੰਨਾਂ ਨਾਲ ਸੁਣੀ, ਤੀਰਥ ਬਣਾਉਣ ਤੋਂ ਹਟ ਰਹੇ ਹਨ ਅਤੇ ਵਾਪਸ ਜਾਣ ਦਾ ਇਰਾਦਾ ਬਣਾ ਰਹੇ ਹਨ। ਦੋਵਾਂ ਨੇ ਮਿਲ ਕੇ ਇੱਕ ਮਨੁੱਖ ਨੂੰ ਭੇਜਿਆ। ਸ਼ਾਹ ਨੂੰ ਪਤਾ ਨਾ ਲੱਗ ਜਾਵੇ। ਮਨ ਵਿੱਚ ਡਰ ਗਏ ਤੇ ਉਸ ਮਨੁੱਖ ਨੇ ਗੁਰੂ ਜੀ ਨੂੰ ਆ ਕੇ ਕਿਹਾ, ਤੁਸੀਂ ਸਰੋਵਰ ਦੀ ਉਸਾਰੀ ਕਿਉਂ ਰੋਕ ਦਿੱਤੀ ਹੈ? ਜਿੰਨਾ ਵੀ ਆਵਿਆਂ ਤੇ ਤੁਹਾਡਾ ਖਰਚ ਲੱਗਾ ਹੈ ਉਹ ਕਹਿ ਕੇ ਸਾਰਾ ਧਨ ਹੀ ਸਾਥੋਂ ਲੈ ਲਵੋ। ਹੋਰ ਇੱਟਾਂ ਦੇ ਆਵੇ ਪਾ ਲਵੋ। ਕਾਰ ਕਰਦਿਆਂ ਸਾਰੇ ਹੀ ਪੱਕ ਜਾਣਗੇ। ਅੱਗੇ ਨੂੰ ਅਸੀਂ ਇੱਟਾਂ ਨਹੀਂ ਲਵਾਂਗੇ। ਬੈਠ ਕੇ ਆਪਣਾ ਸਰੋਵਰ ਬਣਾਓ। ਸਾਨੂੰ ਸਖਤ ਲੋੜ ਪੈ ਗਈ ਸੀ। ਬਾਦਸ਼ਾਹ ਨੇ ਛੇਤੀ ਬਣਾਉਣ ਦਾ ਹੁਕਮ ਦਿੱਤਾ ਸੀ ਕਿ ਸਰਾਵਾਂ ਤੁਰੰਤ ਤਿਆਰ ਕਰੋ। ਇਸ ਕਰਕੇ ਤੁਹਾਡੇ ਆਵੇ ਲਏ ਸਨ। ਉਹਨਾਂ ਆਵਿਆਂ ਦਾ ਸਵਾਇਆ ਮੁੱਲ ਲੈ ਲਓ। ਆਗਿਆ ਕਰੋ ਤੁਹਾਨੂੰ ਮੁੱਲ ਪਹੁੰਚਾ ਦਈਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਕਿਹਾ, ਬਹੁਤ ਬਲ ਦਾ ਲਾਉਣ ਰੂਪੀ ਮੁੱਲ ਤੁਸੀਂ ਕੀਤਾ ਹੈ। ਉਹੀ ਮੁੱਲ ਅਸੀਂ ਤੁਹਾਨੂੰ ਦੇਵਾਂਗੇ ਜਦ ਸਮਾਂ ਆ ਜਾਏਗਾ। ਸਾਡੇ ਸਿੱਖ ਵੱਡੇ ਬਲਵਾਨ ਹੋਣਗੇ। ਆਪਣੇ ਬਲ ਨਾਲ ਉਹ ਤੁਹਾਡੀਆਂ ਸਰਾਵਾਂ ਦੀਆਂ ਨੀਹਾਂ ਵੀ ਉਖੇੜ ਲਿਆਉਣਗੇ। ਜਿਨ੍ਹਾਂ ਇੱਟਾਂ ਨਾਲ ਮਕਾਨ ਬਣਾ ਰਹੇ ਹੋ ਉਹੀ ਇੱਟਾਂ ਵਾਪਸ ਆ ਕੇ ਇੱਥੇ ਲੱਗਣਗੀਆਂ। ਜਿਵੇਂ ਬਲ ਰੂਪੀ ਮੁੱਲ ਤੁਸੀਂ ਸਾਨੂੰ ਦਿੱਤਾ ਹੈ, ਅਸੀਂ ਵੀ ਆਵਿਆਂ ਦੀਆਂ ਸਾਰੀਆਂ ਇੱਟਾਂ ਵਾਪਸ ਲੈ ਲਵਾਂਗੇ। ਉਹੀ ਬਲ ਰੂਪੀ ਮੁੱਲ ਤੁਹਾਨੂੰ ਦੇਵਾਂਗੇ। ਤਦ ਹੀ ਸਾਡੇ ਤੀਰਥ ਤਿਆਰ ਹੋਣਗੇ। ਹੁਣ ਤਾਂ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੋ। ਹੁਣ ਤੀਰਥ ਤੁਰਕਾਂ ਨੂੰ ਮਾਰ ਕੇ ਹੀ ਬਣਨਗੇ। ਗੁਰੂ ਜੀ ਦੇ ਗੁੱਸੇ ਵਾਲੇ ਬਚਨ ਸੁਣ ਕੇ ਉਹ ਵਿਅਕਤੀ ਗਿੱਲੇ ਨੈਣ ਕਰਕੇ ਚਲਾ ਗਿਆ। ਉਸਨੇ ਸਭਾ ਵਿੱਚ ਸਾਰਿਆਂ ਨੂੰ ਸੁਣਾਇਆ। ਇਹ ਸੁਣ ਕੇ ਨੂਰਦੀਨ ਬਹੁਤ ਗੁੱਸੇ ਵਿੱਚ ਆਇਆ। ਕੀ ਕਰ ਲਵੇਗਾ ਜਿਹੜਾ ਇਸ ਤਰ੍ਹਾਂ ਕਹਿੰਦਾ ਹੈ? ਮੂਰਖ ਪਹਿਲਾਂ ਵਾਂਗ ਫਿਰ ਚਿਣਵਾਈ ਕਰਵਾਉਣ ਲੱਗਾ। ਗੁਰੂ ਜੀ ਕੂਚ ਕਰਕੇ ਵਾਪਸ ਆ ਗਏ ਤੇ ਰਾਮਦਾਸਪੁਰ ਵਿੱਚ ਸੁਸ਼ੋਭਿਤ ਹੋ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ। ਪਾਸ ਬਿਠਾ ਕੇ ਭਲਾ ਪ੍ਰੇਮ ਕੀਤਾ। ਹੋਰ ਸਾਰੇ ਸਿੱਖ ਬੰਦਨਾ ਕਰਕੇ ਪਾਪਾਂ ਦਾ ਨਾਸ਼ ਕਰਨ ਵਾਲੇ ਦੇ ਦਰਸ਼ਨ ਕਰ ਰਹੇ ਸਨ। ਰਾਤ ਪੈਣ ਤੇ ਆਪਣੇ ਘਰ ਚਲੇ ਗਏ ਅਤੇ ਸਾਰੇ ਮਿਲ ਕੇ ਮਨ ਵਿੱਚ ਆਨੰਦਿਤ ਹੋ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।